हेलो फ्रेंड्स, ਅੱਜ ਆਪਾਂ ਪੜਨ ਜਾ ਰਹੇ ਹਾਂ ਰਿਫਰੈਕਸ਼ਨ ਆਫ ਦਾ ਲਾਈਟ। ਲਾਸਟ ਆਪਾਂ ਪੜਿਆ ਸੀ ਰਿਫਲੈਕਸ਼ਨ ਆਫ ਦਾ ਲਾਈਟ। ਤਾਂ ਦੋਨਾਂ 'ਚ ਕੀ ਡਿਫਰੈਂਸ ਹੈ? ਸਿੰਪਲ ਡਿਫਰੈਂਸ ਹੈ ਰਿਫਲੈਕਸ਼ਨ ਆਫ ਲਾਈਟ ਫॉर द opaque objects and refraction of the light for transparent object। ਸਿੰਪਲ ਜਰਨਲ ਡਿਫਰੈਂਸ ਹੈ ਸਾਡੇ ਕੋਲੇ ਵੀ ਰਿਫਰੈਕਸ਼ਨ ਆਫ ਲਾਈਟ ਕਦੋਂ ਹੁੰਦਾ ਹੈ। ਰਿਫਰੈਕਸ਼ਨ ਆਫ ਲਾਈਟ ਉਦੋਂ ਹੁੰਦਾ ਜਦੋਂ ਸਾਡੇ ਕੋਲੇ ਟਰਾਂਸਪੇਰੈਂਟ ਆਬਜੈਕਟ ਹੈ। ਟਰਾਂਸਪੇਰੈਂਟ ਆਬਜੈਕਟ ਲਾਈਕ ਵਾਟਰ ਹੋ ਗਿਆ, ਏਅਰ ਹੋ ਗਿਆ, ਕੋਈ ਵੀ ਆਇਲ ਹੋ ਗਿਆ, ਜਿਨ੍ਹਾਂ ਦੇ ਵਿੱਚ ਅਸੀਂ ਆਰ ਪਾਰ ਦੇਖ ਸਕਦੇ ਹਾਂ। ਦਾ ਆਬਜੈਕਟ ਵਿਚ ਅਲਾਉ ਟੂ ਪਾਸ ਦਾ ਲਾਈਟ ਫਰੋਮ ਦੈਮ, ਜਿਹੜੀ ਕਿ ਜਿਨ੍ਹਾਂ ਦੇ ਵਿੱਚੋਂ ਕਿ ਲਾਈਟ ਪਾਸ ਕਰ ਜੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਟਰਾਂਸਪੇਰੈਂਟ ਆਬਜੈਕਟ। ਰਿਫਰੈਕਸ਼ਨ ਹੋਣ ਲਈ ਸਾਡੇ ਕੋਲੇ ਕੀ ਹੈ, ਦੋ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਕੀ ਦੋ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ? ਮੀਡੀਅਮਸ ਦਾ। ਅਗਰ ਟਰਾਂਸਪੇਰੈਂਟ ਮੈਂ ਕੀ ਕਿਹਾ, ਟਰਾਂਸਪੇਰੈਂਟ ਦੇ ਵਿੱਚ ਕੀ ਹੋਏਗੀ, ਲਾਈਟ ਇੱਕ ਸਾਈਡ ਤੋਂ ਦੂਸਰੀ ਸਾਈਡ ਵੱਲ ਟਰੈਵਲ ਕਰ ਜਾਏਗੀ। ਜਿਵੇਂ ਕਿ ਕੋਈ ਵੀ ਆਪਣੇ ਕੋਲ ਇੱਥੇ ਟਰਾਂਸਪੇਰੈਂਟ ਆਬਜੈਕਟ ਪਿਆ, ਇਹਦੇ ਵਿੱਚੋਂ ਲਾਈਟ ਆਈ ਆ ਕੇ ਦੂਸਰੀ ਸਾਈਡ ਨੂੰ ਚਲੀ ਗਈ, ਤਾਂ ਇਹ ਕੀ ਹੈ ਸਾਡੇ ਕੋਲੇ ਰਿਫਰੈਕਸ਼ਨ, ਵੀ ਲਾਈਟ ਦਾ ਆਰ ਪਾਰ ਹੋ ਜਾਣਾ। ਅਗਰ ਲਾਈਟ ਕੀ ਹੈ, ਆਉਂਦੀ ਹੈ ਸਰਫੇਸ 'ਤੇ ਪੈਂਦੀ ਹੈ, ਟਕਰਾ ਕੇ ਕੀ ਆ ਵਾਪਸ ਚਲੀ ਜਾਂਦੀ ਹੈ, ਤਾਂ ਉਹਨੂੰ ਅਸੀਂ ਕੀ ਬੋਲਿਆ ਸੀ, ਰਿਫਲੈਕਸ਼ਨ। ਤਾਂ ਇਹਨਾਂ ਦੋਨਾਂ ਦਾ ਡਿਫਰੈਂਸ ਤਾਂ ਤੁਹਾਨੂੰ ਪਤਾ ਲੱਗ ਗਿਆ ਹੁਣ, ਰਿਫਰੈਕਸ਼ਨ ਆਫ ਲਾਈਟ ਔਰ ਰਿਫਲੈਕਸ਼ਨ ਆਫ ਲਾਈਟ ਦੇ ਵਿੱਚ ਆਪਸ 'ਚ ਕੀ ਡਿਫਰੈਂਸ ਹੈ। ਤਾਂ ਰਿਫਰੈਕਸ਼ਨ ਦੀਆਂ ਜਰਨਲ ਐਗਜ਼ਾਮਪਲਸ, ਰਿਫਲੈਕਸ਼ਨ ਦੇ ਤਾਂ ਤੁਸੀਂ ਪੜ੍ਹ ਚੁੱਕੇ ਹੋ। ਜਰਨਲ ਐਗਜ਼ਾਮਪਲਸ ਕੀ ਆਪਣੇ ਕੋਲੇ, ਜਿਵੇਂ ਆਪਾਂ ਮਿਰਰ ਦੇ ਵਿੱਚ ਆਪਣਾ ਫੇਸ ਦੇਖਦੇ ਹਾਂ, ਠੀਕ ਹੈ, ਕੁਛ ਕਿਸੇ ਮਿਰਰ ਦੇ ਵਿੱਚ ਆਪਣਾ ਫੇਸ ਵੱਡਾ ਦਿਖਦਾ, ਕਿਸੇ ਮਿਰਰ ਦੇ ਵਿੱਚ ਸਾਡਾ ਫੇਸ ਕੀ ਆ ਸਮੋਲ ਦਿਖਦਾ। ਹੁਣ ਰਿਫਰੈਕਸ਼ਨ ਇਹਦੇ ਵਾਸਤੇ ਤੁਸੀਂ ਦੇਖਿਆ ਹੋਏਗਾ, ਕਿਸੇ ਗਲਾਸ ਕੰਟੇਨਰ ਲੈ ਲੈਂਦੇ ਹਾਂ ਆਪਾਂ, ਜਿਹੜਾ ਟਰਾਂਸਪੇਰੈਂਟ ਕੰਟੇਨਰ ਆ ਉਹਦੇ ਵਿੱਚ ਪਾਣੀ ਪਾ ਦਿਓ, ਪਾਣੀ ਪਾ ਕੇ ਕੀ ਉਹ 'ਚ ਨਿੰਬੂ ਪਾ ਦਿਓ ਜਾਂ ਕੁਛ ਵੀ, ਕੋਈ ਬੋਲ ਪਾ ਦਿਓ, ਕੁਛ ਵੀ ਪਾ ਦਿਓ, ਤਾਂ ਤੁਸੀਂ ਦੇਖੋਗੇ ਕਿ ਨਾ ਬੋਲ ਦਾ ਸਾਈਜ਼ ਹੈ ਜੋ ਐਕਚੁਅਲ ਦੇ ਵਿੱਚ ਤੁਹਾਡੇ ਕੋਲੇ ਬਾਹਰ ਹੱਥ ਦੇ ਵਿੱਚ ਬੋਲ ਸੀ, ਅਤੇ ਜਦੋਂ ਤੁਸੀਂ ਉਸਨੂੰ ਵਾਟਰ ਦੇ ਵਿੱਚ ਪਾਤਾ ਉਸ ਤੋਂ ਬਾਅਦ ਉਸ ਵਾਟਰ ਦੀ ਅਪੀਅਰੈਂਸ ਦੇਖੋਗੇ ਤਾਂ ਉਹ ਸਾਈਜ਼ ਕੀ ਆ ਵੱਡਾ ਨਜ਼ਰ ਆਏਗਾ। ਸਿਮਿਲਰਲੀ ਆਪਾਂ ਕਿ ਇੱਕ ਕੁਆਇਨ ਪਾ ਦਿੰਦੇ ਹਾਂ, ਕੁਆਇਨ ਤੁਸੀਂ ਦੇਖੋਗੇ ਵੀ ਕੁਆਇਨ ਹੈਵੀ ਹੁੰਦਾ ਵਾਟਰ ਤੋਂ, ਇਸ ਕਰਕੇ ਉਹ ਕੰਟੇਨਰ ਦੀ ਸਰਫੇਸ ਨੂੰ ਟੱਚ ਕਰ ਜਾਂਦਾ। ਬਟ ਜੇ ਤੁਸੀਂ ਐਕਚੁਅਲੀ ਉਸਦੇ ਉੱਪਰ ਤੋਂ ਕੰਟੇਨਰ ਨੂੰ ਉੱਪਰ ਤੋਂ ਜਿਹ 'ਚ ਪਾਣੀ ਪਾਇਆ ਹੋਇਆ, ਕੁਆਇਨ ਪਾਇਆ ਹੋਇਆ, ਉਹਦੇ ਉੱਪਰ ਦੀ ਦੇਖਾਂਗੇ ਤਾਂ ਸਾਨੂੰ ਕੀ ਹੈ, ਕੁਆਇਨ ਦੀ ਪੋਜੀਸ਼ਨ ਕੀ ਹੈ, ਜਿਸ ਜਗ੍ਹਾ 'ਤੇ ਉਹ ਹੈ ਐਕਚੁਅਲੀ ਉੱਥੋਂ ਕੀ ਹੈ ਥੋੜ੍ਹਾ ਜਿਹਾ ਉੱਪਰ ਦਿਖਦਾ। ਜਿਵੇਂ ਕਿ ਇਹ 'ਚ ਪਾਣੀ ਪਾਇਆ ਹੋਇਆ ਤੁਸੀਂ, ਐਕਚੁਅਲੀ ਤੁਹਾਡਾ ਕੁਆਇਨ ਆ ਪਿਆ, ਬਟ ਤੁਹਾਨੂੰ ਕੀ ਨਜ਼ਰ ਆਏਗਾ, ਕੁਆਇਨ ਇੱਥੇ ਪਿਆ। ਇਹਦੇ ਬਾਰੇ ਆਪਾਂ ਕਿੰਨਾ ਉੱਪਰ ਨਜ਼ਰ ਆਉਂਦਾ, ਕਿੱਦਾਂ ਨਜ਼ਰ ਆਉਂਦਾ, ਇਹਦੇ ਬਾਰੇ ਆਪਾਂ ਕੀ ਨੈਕਸਟ ਵੀਡੀਓਜ਼ ਦੇ ਵਿੱਚ ਕੀ ਹੈ ਪ੍ਰੂਫ ਕਰਾਂਗੇ। ਕਿੰਨਾ ਡਿਸਟੈਂਸ ਹੋਏਗਾ ਜਿਹੜਾ ਉੱਪਰ ਆਏਗਾ, ਤੁਸੀਂ ਕਿਵੇਂ ਕੈਲਕੂਲੇਟ ਕਰੋਗੇ ਵੀ ਕਿੰਨਾ ਉੱਪਰ ਨਜ਼ਰ ਆ ਰਿਹਾ, ਉਹਦੇ ਬਾਰੇ ਪੜਾਂਗੇ। ਤਾਂ ਦੇਖੋ ਲਾਈਟ ਕੀ ਹੈ, ਆਪਾਂ ਦੇਖ ਕਿੱਥੋਂ ਰਹੇ ਹਾਂ, ਬਾਹਰੋਂ ਹੀ ਦੇਖਾਂਗੇ, ਪਾਣੀ ਦੇ ਵਿੱਚ ਜਾ ਕੇ ਤਾਂ ਦੇਖਾਂਗੇ ਨਹੀਂ। ਅਤੇ ਕੁਆਇਨ ਕੀ 'ਚ ਪਿਆ, ਦੂਸਰੇ ਮੀਡੀਅਮ 'ਚ, ਯਾਨੀ ਕਿ ਵਾਟਰ 'ਚ ਪਿਆ। ਤਾਂ ਦੋ ਤਰ੍ਹਾਂ ਦੀਆਂ ਸਰਫੇਸਿਸ ਹੋ ਗਏ, ਇੱਕ ਵਾਟਰ ਹੋ ਗਿਆ, ਇੱਕ ਏਅਰ ਹੋ ਗਿਆ। ਇਹੀ ਚੀਜ਼ ਅਸੀਂ ਕੀ ਕਹਿੰਦੇ ਹਾਂ, ਰਿਫਰੈਕਸ਼ਨ, ਜਿਹਦੇ ਵਿੱਚ ਕੀ ਆ ਦੋ ਆਬਜੈਕਟਸ ਬਾਰੇ ਅਸੀਂ ਪੜ੍ਹਦੇ ਹਾਂ, ਦੋ ਅਲੱਗ-ਅਲੱਗ ਮੀਡੀਅਮਸ ਦੇ ਵਿੱਚ ਕੀ ਆ ਲਾਈਟ ਦਾ ਟਰੈਵਲਿੰਗ ਪੜ੍ਹਦੇ ਹਾਂ, ਉਹਨੂੰ ਅਸੀਂ ਕੀ ਬੋਲਦੇ ਹਾਂ, ਰਿਫਰੈਕਸ਼ਨ। ਹੁਣ ਸਾਡੇ ਕੋਲ ਮੀਡੀਅਮ ਕਿੰਨੀ ਤਰ੍ਹਾਂ ਦੇ ਹੁੰਦੇ ਆ, ਟੂ ਟਾਈਪਸ ਆਫ ਦਾ ਮੀਡੀਅਮ ਸਾਡੇ ਕੋਲ ਕੀ ਹੈ, ਦੋ ਤਰ੍ਹਾਂ ਦੇ ਹੁੰਦੇ ਆ। ਕਿਹੜੇ ਦੋ ਤਰ੍ਹਾਂ ਦੇ ਹੁੰਦੇ ਆ? ਫਸਟ ਵਨ ਰੇਅਰਰ ਮੀਡੀਅਮ ਐਂਡ ਸੈਕਿੰਡ ਵਨ ਡੈਂਸਰ ਮੀਡੀਅਮ। ਇੱਕ ਸਾਡੇ ਕੋਲ ਰੇਅਰ ਮੀਡੀਅਮ ਹੈ, ਇੱਕ ਡੈਂਸਰ। ਡੈਂਸਰ ਤਾਂ ਨੇਮ ਤੋਂ ਹੀ ਸ਼ੋ ਹੋ ਰਿਹਾ ਵੀ ਜਿਹਦੇ ਵਿੱਚ ਕੀ ਹੈ ਡੈਂਸਿਟੀ ਜ਼ਿਆਦਾ ਹੋਵੇ। ਡੈਂਸਿਟੀ ਜ਼ਿਆਦਾ ਹੋਵੇਗੀ ਉਹਨੂੰ ਅਸੀਂ ਕੀ ਬੋਲਾਂਗੇ, ਡੈਂਸਰ ਮੀਡੀਅਮ। ਰੇਅਰ ਮੀਡੀਅਮ ਜਿਹਦੀ ਡੈਂਸਿਟੀ ਘੱਟ ਹੋਵੇਗੀ। ਤਾਂ ਸਪੀਡ ਆਫ ਲਾਈਟ ਕੀ ਹੈ, ਸਪੀਡ ਆਫ ਲਾਈਟ ਆਪਾਂ ਜਰਨਲੀ ਪੜ੍ਹ ਚੁੱਕੇ ਹਾਂ। ਸਪੀਡ ਆਫ ਲਾਈਟ ਇਨ ਏਅਰ ਰਿਪਰੈਜ਼ੈਂਟਡ ਬਾਈ ਸੀ, ਸਮੋਲ ਸੀ ਦੇ ਨਾਲ ਨੂੰ ਰਿਪਰੈਜ਼ੈਂਟ ਕਰਦੇ ਆ। ਕਿੰਨੀ ਹੁੰਦੀ ਹੈ, 3 × 10⁸ ਮੀਟਰ ਪਰ ਸੈਕਿੰਡ। ਓਕੇ, ਆਪਾਂ ਜਰਨਲੀ ਪੜ੍ਹ ਚੁੱਕੇ ਹਾਂ। ਤਾਂ ਰੇਅਰਰ ਮੀਡੀਅਮ ਦੇ ਵਿੱਚ ਕੀ ਹੋਏਗਾ, ਜੋ ਵੀ ਸਾਡੇ ਕੋਲ ਰੇਅਰਰ ਮੀਡੀਅਮ ਹੋਏਗਾ ਕੀ ਹੈ, ਲੈਸ ਡੈਂਸਰ। ਜੋ ਲੈਸ ਡੈਂਸਰ ਹੁੰਦਾ ਉਹਨੂੰ ਅਸੀਂ ਰੇਅਰਰ ਮੀਡੀਅਮ ਕਹਿੰਦੇ ਹਾਂ। ਇਹਦੇ ਵਿੱਚ ਸਪੀਡ ਆਫ ਲਾਈਟ ਕੀ ਹੋਏਗੀ, ਫਾਸਟ ਹੋਏਗੀ। ਫਾਸਟਰ ਸਪੀਡ ਆਫ ਲਾਈਟ ਹੋਏਗੀ। ਔਰ ਜੋ ਸਾਡੇ ਕੋਲ ਕੀ ਹੋਏਗਾ, ਡੈਂਸਰ ਮੀਡੀਅਮ। ਡੈਂਸਰ ਮੀਡੀਅਮ ਕੀ ਹੋਏਗਾ, ਨਾਮ ਤੋਂ ਹੀ ਸ਼ੋ ਹੋ ਗਿਆ ਵੀ ਜ਼ਿਆਦਾ ਡੈਂਸਰ ਹੋਏਗਾ, ਇਹ 'ਚ ਸਪੀਡ ਆਫ ਲਾਈਟ ਕੀ ਹੋਏਗੀ, ਸਲੋ ਹੋਏਗੀ।
तो आप लास्ट वीडियो च भी इस चीज़ ਨੂੰ पढ़िया सी भी स्पीड ऑफ लाइट की है डिपेंड करता मीडियम की डेंसिटी दे। वाटर दे विच स्पीड ऑफ लाइट कितनी होएगी वो डिपेंड करता है वाटर की डेंसिटी। कई तरह वाटर भी की अपने को कई तरह के होंगे, तुसीं पढ़े हो कि डिस्टिल्ड वाटर, नॉर्मल वाटर, कंडक्टर वाटर, ये सारे की अलग अलग तरह के वाटर, अलग अलग तरह के वाटर की डेंसिटी भी अलग अलग होएगी। कोई हल्का पानी, कोई भारा पानी, तुसीं पढ़िया होगा सॉफ्ट वाटर, हार्ड वाटर, तो कि वो पानी की डेंसिटी पर ही डिपेंड करते हैं टाइप ऑफ वाटर। तो साढ़े को हो गया रेयर टू डेंसर के सानू पता चल गया स्पीड ऑफ लाइट की है डिफरेंस है। तो इनू असीं जरनली की सी आपां कंपेयर किया सी अपनी रैगूलर लाइफ के नाल भी जिथे ट्रैफिक ज़्यादा है उत्थे की है अपनी स्पीड घट हो जाती है, जिथे ट्रैफिक घट है उत्थे की है साडी स्पीड ज़्यादा हो जाती है। सिमिलरली की है वाटर्स दे, जिथे ट्रैफिक ज़्यादा असीं उहनूं कहता डेंसर है, जिथे ट्रैफिक घट है उहनूं असीं की कहता रेयरर है। हुण इहदे विच किवें असीं हुण अगे पढ़न जा रहे हैं रिफ्रैक्शन ऑफ द लाइट। रिफ्रैक्शन ऑफ लाइट दे विच की है साडे कोले कोई भी एक की है सरफेस है जिहड़ी कि दो मीडियम्स नूं अलग अलग कर रही है। एक मीडियम 1 है, दूसरा साडे कोले मीडियम की है 2 है। कोई भी लाइट असीं कहता मीडियम 1 तो मीडियम 2 दे विच जाएगी। एक नॉर्मल है तो लाइट की है असीं कहता भी इंसीडेंट लाइट की है नॉर्मल दे अलोंग आ रही है। आफ्टर रिफ्रैक्शन तो लाइट की है पास होगी दूसरे मीडियम दे विच। इंसीडेंट लाइट है, दिस इज़ नोन एज द इंसीडेंट लाइट। नॉर्मल एक ही है रिफ्रैक्टर लाइट एंड a normal. The angle between incident light and normal is known as the angle of incident. The angle of refracted light and normal is known as angle of refraction. तो जर्नली सानू इत्थों शो हो रहा है भी दोनों एंगल्स आपस च नहीं बराबर बिकॉज ये वर्टिकल ओपोजिट भी नहीं बन रहे। तो जर्नली आपां की कवांगे जर्नली एंगल आई नॉट इक्वल टू एंगल आर दे हुंदा है अकॉर्डिंग टू लॉ ऑफ रिफ्रैक्शन। रिफ्रैक्शन दे विच की है एंगल आपस च बराबर नहीं हुंदे। तुसीं देखिया भी लाइट की है नॉर्मल वाल नूं मुड़ गई है, जरूरी तो नहीं भी लाइट नॉर्मल वाल नूं मुड़े की है साडे कोले इदां दी तो कंडीशन हो ही सकती है ना। डायग्राम देखी जाए लाइट इंसीडेंट हुई आफ्टर रिफ्लैक्शन इदां चली गई, ये भी तो पॉसिबिलिटी है। पॉसिबिलिटीज अपने को लेके अलग अलग है। ये जो चीज़ लाइट की है बैंड होना टूवर्ड द नॉर्मल या बैंड होना अवे फ्रॉम द नॉर्मल ये डिपेंड करता इन्हां दोनों मीडियम्स से। अगर मीडियम डेंसर है या मीडियम रेयरर है, इन्नी चीज़ बन गई। हुण कंपैरिजन करना दोनों दे विच उस चीज़ में आप वेखते हैं। अगर वैन पहले तो आप इसकी डेफिनेशन पढ़ लीए। डेफिनेशन ऑफ रिफ्रैक्शन ऑफ लाइट की है द फिनोमिनो of change in the path of light as it goes from one medium to another मीडियम की है असी कहता है फिनोमिना ऑफ द चेंज इन द पाथ ऑफ लाइट एज इट गोज़ फ्रॉम वन मीडियम टू अनदर मीडियम। देखो इंसीडेंट लाइट आई एक मीडियम दे विच इंसीडेंट हुई आफ्टर रिफ्रैक्शन दूसरे मीडियम दे विच चली गई। उहदे रस्ता जाना किद्दां सी इस दिशा च जाना चाहती सी बट मीडियम दे चेंज करन की है वो मुड़ गई आदि डायरैक्शन तो की नॉर्मल वाल नूं चली गई। ठीक है उवें ਇਹਦੇ ਵਿੱਚ ਵੀ ਆਪਾਂ ਕਹਿ ਦਾਂਗੇ ਨॉर्मल ਤੋਂ दूर ਵੱਲ ਨੂੰ ਚਲੀ ਗਈ। ਇਹ नॉर्मल ਵੱਲ ਨੂੰ ਮੁੜਨਾ ਤੇ नॉर्मल ਤੋਂ दूर ਵੱਲ ਨੂੰ ਜਾਣਾ ਇਹ ਸਾਰਾ ਡਿਪੈਂਡ ਕਰਦਾ ਕਿਸੇ ਵੀ ਮੀਡੀਅਮ ਤੇ। ਵੈਨ ਲਾਈਟ travels from rarer medium to denser
मीडियम। अगर कोई लाइट है साढ़े कोले रेयरर मीडियम टू डेंसर मीडियम वाल जा रही है, यानी कि मीडियम 1 है जो साढ़े कोले रेयरर है, और जो मीडियम 2 है वो साढ़े कोले की है डेंसर। तो साढ़े कोले नॉर्मल है। इंसीडेंट लाइट नॉर्मल, आफ्टर रिफ्रैक्शन ये की हो जाएगी, जाना सीधा चाहती सी बट की होगी नॉर्मल वाल नू मुड़ जाएगी। ये नॉर्मल वाल नू कितना मुड़ेगी वो डिपेंड करता है बेंडिंग ऑफ लाइट इन डेंसर मीडियम depends on the, इस चीज़ से डिपेंड करगी स्पीड ऑफ लाइट, सैकेंडली किते डिपेंड करगी डेंसिटी ऑफ द मीडियम। टूवर्ड द नॉर्मल तो मुड़ी है, कारण की है ये रेयरर मीडियम तो डेंसर मीडियम च गई, तो आप पढ़िया सी भी रेयरर मीडियम दे विच लाइट की स्पीड की होएगी फास्ट, डेंसर मीडियम दे विच लाइट की स्पीड की हो जाएगी स्लो, अकॉर्डिंग टू डैट की है वो नॉर्मल वाल नू बेंड हो जाती है। आप नैक्सट पढ़ांगे when the light travels denser medium to rarer medium। अगर कोई लाइट है डेंसर मीडियम टू रेयरर मीडियम दे वल नूं जा रही है तो मीडियम आ साडे कोल की हो गया डेंसर मीडियम, मीडियम 1, रेयरर मीडियम, मीडियम 2, नॉर्मल है, कोई भी लाइट साडे कोल की आ जाएगी, सीधा जाना चाहती सी बट की हो गया अवे फ्रॉम द नॉर्मल, बेंड्स अवे फ्रॉम द नॉर्मल, ये नॉर्मल तो अवे होगी। सिमिलरली बेंडिंग ऑफ लाइट डिपेंड्स ऑन द मीडियम, मीडियम डेंसिटी ते डिपेंड करगी ओदी, और काते डिपेंड करेगी स्पीड ऑफ लाइट ते। ठीक है, नैक्सट है साढ़े को स्पीड ऑफ लाइट दे नाल जो बैंड हो रहा है या कुछ भी हो रहा है भी दो मीडियम आ, दोनों मीडियम्स दे विच की है लाइट बैंड हो रही है, चेंज कर रही है अपना पाथ, ये वास्ते की है कुछ अनदर है साढ़े को भी स्पीड ऑफ लाइट एयर दे विच कितनी है, स्पीड ऑफ लाइट इन मीडियम दे विच की है, इन्हां दी कुछ रेशोज़ होंदियां, और रेशोज़ होंदियां फिक्स साढ़े को। तो असीं उन्होंने नैक्सट टॉपिक पढ़ रहे हैं रिफ्रैक्टिव इंडैक्स। जर्नली रिफ्रैक्टिव इंडैक्स है साढ़े को की है दो डेफिनेशनस आ जांदियां। फस्ट डेफिनेशन के अकॉर्डिंग साढ़े को की है द रेशो ऑफ लाइट, स्पीड ऑफ लाइट इन वैक्यूम टू स्पीड ऑफ लाइट इन मीडियम। ठीक है, रेशो है स्पीड ऑफ लाइट इन वैक्यूम, वैक्यूम दे विच स्पीड लाइट दी कितनी लैने आपां सी, टू द स्पीड ऑफ लाइट इन मीडियम दैट इज वी, किदे बराबर है रिफ्रैक्टिव इंडैक्स। रिफ्रैक्टिव
इंडेक्स डोनेटेड एज म्यू ਜਾਂ ਫਿਰ एन, ਜਾਂ ਤਾਂ ਉਹਨੂੰ म्यू ਦੇ ਨਾਲ रिप्रजेंट ਕੀਤਾ ਜਾਂਦਾ ਹੈ ਜਾਂ एन ਦੇ ਨਾਲ। ਤਾਂ ਸਪੀਡ ਆਫ ਲਾਈਟ ਕਿੰਨੀ ਹੁੰਦੀ ਹੈ ਆਪਣੇ ਕੋਲੇ 3 × 10⁻⁸ ਮੀਟਰ ਪਰ ਸੈਕਿੰਡ। v ਦੀ ਵੈਲਿਊ ਕੀ ਆ ਹਮੇਸ਼ਾ ਡਿਪੈਂਡ ਕਰਦੀ ਆ ਔਨ ਦਾ ਮੀਡੀਅਮ, ਜਿਸ ਮੀਡੀਅਮ ਦੇ ਵਿੱਚੋਂ ਤੁਸੀਂ ਲਾਈਟ ਨੂੰ ਪਾਸ ਕਰੋਗੇ ਸਪੀਡ ਆਫ ਲਾਈਟ ਕੀ ਆ ਉਸ 'ਤੇ ਡਿਪੈਂਡ ਕਰੇਗੀ v ਦੀ ਵੈਲਿਊ। ਤਾਂ ਸਾਡੇ ਕੋਲ ਕੀ ਆ ਅੱਗੇ ਵੈਲਿਊ ਰਿਫਲੈਕਟਿਵ ਇੰਡੈਕਸ ਦੀ ਮਿਊ ਇਜ਼ ਇਕੁਅਲ ਟੂ 3 × 10⁸ ਔਨ v। ਨਾਓ ਰਿਫਰੈਕਟਿਵ ਇੰਡੈਕਸ ਸਾਡੇ ਕੋਲ ਕੀ ਹੁੰਦਾ ਡਿਮੈਂਸ਼ਨਲੈਸ, ਇਹਦੇ ਕੋਈ ਵੀ ਡਿਮੈਂਸ਼ਨਸ ਨਹੀਂ ਹੁੰਦੀਆਂ, ਨਾ ਹੀ ਯੂਨਿਟਸ ਹੁੰਦੇ ਆ, ਨੋ ਯੂਨਿਟਸ, ਬਿਕੋਜ਼ ਦੋਨੋਂ ਕੀ ਹੈ ਰੇਸ਼ੋ ਹੈ। ਰੇਸ਼ੋ ਕਿਹਦੇ ਵਿਚਕਾਰ ਹੈ ਦੋਨੋਂ ਹੀ ਸਪੀਡ ਦੇ ਵਿਚਕਾਰ ਹੈ। ਅਗਰ ਦੋਨੇ ਸਪੀਡਸ ਦੀ ਰੇਸ਼ੋ ਹੈ ਤਾਂ ਸਾਡੇ ਕੋਲ ਕੀ ਹੈ ਨਾ ਤਾਂ ਉਹਦੇ ਡਿਮੈਂਸ਼ਨਸ ਹੋਣਗੇ ਨਾ ਹੀ ਸਾਡੇ ਕੋਲ ਉਹਦੇ ਯੂਨਿਟਸ ਹੋਣਗੇ। ਹੁਣ ਆਪਾਂ ਕੁਛ ਆਬਜੈਕਟਸ ਦੇ ਰਿਫਲੈਕਟਿਵ ਇੰਡੈਕਸ ਬਾਰੇ ਪੜਾਂਗੇ। ਨਾਓ ਰਿਫਰੈਕਟਿਵ ਇੰਡੈਕਸ ਆਫ ਸਮ ਆਬਜੈਕਟ, ਏਅਰ ਦੇ ਵਿੱਚ ਰਿਫਲੈਕਟਿਵ ਇੰਡੈਕਸ ਹੁੰਦਾ, ਏਅਰ ਦਾ ਰਿਫਲੈਕਟਿਵ ਇੰਡੈਕਸ ਆ 1.003, ਅਪਰੋਕਸੀਮੇਟਲੀ ਅਸੀਂ ਇਹਨੂੰ ਕੀ ਲੈ ਲੈਂਦੇ ਹਾਂ 1 ਹੀ ਲੈਂਦੇ ਹਾਂ ਜਰਨਲੀ। ਆਈਸ ਦਾ ਰਿਫਲੈਕਟਿਵ ਇੰਡੈਕਸ ਹੁੰਦਾ 1.31, ਵਾਟਰ ਦਾ ਰਿਫਲੈਕਟਿਵ ਇੰਡੈਕਸ ਹੁੰਦਾ 1.33, ਅਲਕੋਹਲ ਦਾ ਰਿਫਲੈਕਟਿਵ ਇੰਡੈਕਸ ਹੈ ਜਿਵੇਂ 1.36, ਕੈਰੋਸੀਨ ਦਾ ਰਿਫਲੈਕਟਿਵ ਇੰਡੈਕਸ ਆ 1.44, ਪਲਾਂਟ ਗਲਾਸ ਦਾ ਰਿਫਲੈਕਟਿਵ ਇੰਡੈਕਸ ਆ 1.65, ਡਾਇਮੰਡ ਦਾ ਰਿਫਲੈਕਟਿਵ ਇੰਡੈਕਸ ਹੁੰਦਾ ਹੈ 2.42। ਹੁਣ ਅੱਗੇ ਅਸੀਂ ਕੀ ਕਰਦੇ ਹਾਂ, ਇੱਥੋਂ ਜਰਨਲੀ ਆਪਾਂ ਕੀ ਦੇਖਿਆ ਰਿਫਲੈਕਟਿਵ ਇੰਡੈਕਸ ਦੀ ਡੈਫੀਨੇਸ਼ਨ ਕੀ ਸੀ ਸਾਡੇ ਕੋਲੇ C/V, all the values of the reflective index greater than 1, reflective index ਦੀ value ਹੈ always greater than 1। ਦੇਖੋ reflective index ਦੀ value greater than 1 ਹੈ ਨਾ, ਸਾਡੇ ਕੋਲ ਕੀ ਹੋ ਗਿਆ C/V ਦੀ value ਵੀ greater than 1 ਹੋ ਗਈ। ਤਾਂ ਇਹਦਾ ਮਤਲਬ ਕੀ ਹੋ ਗਿਆ C always greater than by V। velocity of the light ਕੀ ਆ ਇੱਥੋਂ ਕੀ ਹੋ ਗਿਆ velocity of light greater than ਹੈ velocity of light ਜਾਂ speed of light in medium। ਇਹ ਕਾਹਦੇ ਵਿੱਚ ਹੋਈ ਏਅਰ ਦੇ ਵਿੱਚ ਹੋ ਸਕਦੀ ਹੈ, ਵੈਕਿਊਮ ਦੇ ਵਿੱਚ। ਤਾਂ ਮੈਂ ਤੁਹਾਨੂੰ ਫਸਟ ਵੀਡੀਓ 'ਚ ਵੀ ਦੱਸਿਆ ਸੀ ਵੀ ਵੈਲੋਸਿਟੀ ਆਫ ਲਾਈਟ ਹੈ ਇਨ ਏਅਰ ਦੇ ਵਿੱਚ ਹਮੇਸ਼ਾ ਕੀ ਹੈ ਗ੍ਰੇਟਰ ਹੁੰਦੀ ਹੈ, ਕਿੰਨੀ ਹੁੰਦੀ ਹੈ 3 × 10⁻⁷ ਮੀਟਰ ਪਰ ਸੈਕਿੰਡ। ਔਰ ਸਪੀਡ ਆਫ ਲਾਈਟ ਇਨ ਮੀਡੀਅਮ ਦੇ ਵਿੱਚ ਕੀ ਆ ਹਮੇਸ਼ਾ ਮਤਲਬ ਲਾਈਟ ਵੈਲੋਸਿਟੀ ਸੀ ਤੋਂ ਹਮੇਸ਼ਾ ਕੀ ਹੋਏਗੀ ਘੱਟ ਹੋਏਗੀ। ਆਪਾਂ ਇਸ ਸਾਰੇ ਯੂਨੀਵਰਸ ਦੇ ਵਿੱਚ ਕੀ ਆ ਵੈਲੋਸਿਟੀ ਆਫ ਲਾਈਟ ਹਮੇਸ਼ਾ ਕੀ ਆ ਇਨ ਏਅਰ ਦੇ ਵਿੱਚ ਕੀ ਆ ਵੱਧ ਹੀ ਹੋਏਗੀ। ਹੁਣ ਅਸੀਂ ਸਾਨੂੰ ਹੋਰ ਕੀ ਪਤਾ ਕਿ ਕਿਹੜੇ ਫੈਕਟਰ ਅਫੈਕਟ ਕਰਦੇ ਆ, ਇਸ ਕਾਰਨ ਆਪਾਂ ਕੀ ਕਹਿ ਸਕਦੇ ਫੈਕਟਰ ਅਫੈਕਟਿੰਗ ਦਾ ਰਿਫਲੈਕਟਿਵ ਇੰਡੈਕਸ। ਸਮ ਫੈਕਟਰਸ ਵਿਚ ਅਫੈਕਟ ਦਾ ਰਿਫਰੈਕਟਿਵ ਇੰਡੈਕਸ। ਇਹੋ ਜਿਹੇ ਕਿਹੜੇ ਫੈਕਟਰ ਹੈ ਜਿਹੜੇ ਰਿਫਲੈਕਟਿਵ ਇੰਡੈਕਸ ਨੂੰ ਅਫੈਕਟ ਕਰਨਗੇ। ਤਾਂ ਇੱਥੋਂ ਸਾਨੂੰ ਪਤਾ ਚੱਲ ਹੀ ਗਿਆ ਕਿ ਮੀਡੀਅਮ ਰਿਫਲੈਕਟਿਵ ਇੰਡੈਕਸ ਨੂੰ ਅਫੈਕਟ ਕਰ ਰਿਹਾ ਵੀ ਲਾਈਟ ਕਿਸ ਮੀਡੀਅਮ ਦੇ ਵਿੱਚ ਟਰੈਵਲ ਕਰ ਰਹੀ ਹੈ, ਇਹ ਚੀਜ਼ ਡਿਪੈਂਡ ਕਰਦੀ, ਠੀਕ ਹੈ ਨਾ। ਮੀਡੀਅਮ ਲਾਈਟ ਕਿਸ ਮੀਡੀਅਮ ਦੇ ਵਿੱਚ ਟਰੈਵਲ ਕਰ ਰਹੀ ਹੈ। ਸੈਕਿੰਡ ਕੀ ਅਫੈਕਟ ਕੀਤਾ ਡੈਂਸਿਟੀ ਆਫ ਦਾ ਮੀਡੀਅਮ। ਅਗਰ ਡੈਂਸਿਟੀ ਜ਼ਿਆਦਾ ਹੋਊਗੀ ਤਾਂ ਸਪੀਡ ਆਫ ਲਾਈਟ ਘੱਟ ਜਾਏਗੀ, ਸਪੀਡ ਆਫ ਲਾਈਟ ਘੱਟ ਜਾਏਗੀ ਤਾਂ ਲਾਈਟ ਬੈਂਡ ਹੋ ਜਾਏਗੀ। ਇਹ ਕਾਹਤੋਂ ਹੁੰਦਾ ਇਹਦੇ ਕਾਰਨ ਹੀ ਰਿਫਲੈਕਟਿਵ ਇੰਡੈਕਸ ਵੱਧ ਘੱਟ ਗਿਆ। ਕਿਸੇ ਵੀ ਚੀਜ਼ ਦਾ ਤਾਂ ਅਸੀਂ ਕੀ ਕਵਾਂਗੇ ਡੈਂਸਿਟੀ ਆਫ ਮੀਡੀਅਮ, ਚਾਹੇ ਤਾਂ ਆਪਾਂ ਇੱਥੇ ਕੀ ਕਹਿ ਦਾਂਗੇ ਡੈਂਸਿਟੀ ਆਫ ਮੀਡੀਅਮ ਕਹਿ ਦਾਂਗੇ ਜਾਂ ਅਸੀਂ ਕੀ ਕਹਿ ਦਾਂਗੇ ਸਪੀਡ ਆਫ ਲਾਈਟ ਵੀ ਕਹਿ ਸਕਦੇ ਹਾਂ। ਥਰਡ ਵਨ ਕੀ ਹੈ ਸਾਡੇ ਕੋਲੇ, ਥਰਡ ਕੰਡੀਸ਼ਨ ਕੀ ਹੈ ਇਹਦੀ ਬਣਦੀ, ਥਰਡ ਸਾਡੇ ਕੋਲੇ ਕੀ ਬਣਦਾ ਇਹਦਾ ਵੇਵ ਲੈਂਥ ਆਫ ਦਾ ਲਾਈਟ। ਵੇਵ ਲੈਂਥ ਆਫ ਲਾਈਟ ਕਿਸੇ ਵੀ ਲਾਈਟ ਦੀ ਵੇਵ ਲੈਂਥ 'ਤੇ ਡਿਪੈਂਡ ਕਰਦਾ ਹੈ ਫੈਕਟਰ ਅਫੈਕਟਿਵ।
ਵੀ ਇਸ 'ਤੇ ਕੀ ਫੈਕਟਰਸ ਅਫੈਕਟ ਕਰ ਰਹੇ ਆ ਰਿਫਲੈਕਟਿਵ ਇੰਡੈਕਸ ਨੂੰ। ਨੈਕਸਟ ਅਸੀਂ ਹੁਣ ਕੀ ਹੈ ਰਿਫਰੈਕਸ਼ਨ ਆਫ ਲਾਈਟ ਪੜ੍ਹ ਰਹੇ ਹਾਂ। ਅਸੀਂ ਰਿਫਲੈਕਸ਼ਨ ਆਫ ਲਾਈਟ ਵੀ ਪੜ੍ਹਿਆ ਸੀ, ਤਾਂ ਰਿਫਰੈਕਸ਼ਨ ਆਫ ਲਾਈਟ ਦੇ ਵਿੱਚ ਆਪਾਂ ਕੀ ਪੜ੍ਹੇ ਸੀ, 2 ਲਾਜ਼ ਪੜ੍ਹੇ ਸੀ ਰਿਫਲੈਕਸ਼ਨ ਦੇ। ਤਾਂ ਇੱਥੇ ਵੀ ਸਾਡੇ ਕੋਲ ਕੀ ਹੈ 2 ਲਾਜ਼ ਹੈ ਫॉर ਰਿਫਰੈਕਸ਼ਨਸ ਦੇ। ਲਾ ਆਫ ਰਿਫਰੈਕਸ਼ਨ, ਲਾਜ਼ ਆਫ ਰਿਫਰੈਕਸ਼ਨ ਕੀ ਲਾਜ਼ ਨੇ। ਫਸਟ ਸਾਡੇ ਕੋਲ ਕੀ ਹੈ ਇੰਸੀਡੈਂਟ ਲਾਈਟ, refracted light and normal, both lies in same plane। ਸਾਡੇ ਕੋਲ मीडियम सैपरेशन से फर्स्ट मीडियम है, सैकेंड मीडियम है। कोई भी लाइट असी कहता सी इंसीडेंट कर रही है ऑन नॉर्मल, आफ्टर रिफ्लैक्शन एंगल आई बन रहा सी, एंगल आर बन रहा सी। इंसीडेंट लाइट नॉर्मल रिफ्रैक्टेड लाइज ऑन वन पॉइंट ऑन सेम प्लेन, किसी भी एक प्लेन ते हो लाइक कर रही है। तो सैकेंड ला साडे कोले की है जिवें एंगल रिफ्लैक्शन ऑफ लाइट दे विच पढ़िया सी आपां एंगल आई इज इक्वल टू एंगल आर दे। तो इत्थे आई ते आर च की रिलेशन होएगा, तो रिलेशन है द रेशो ऑफ साइन ऑफ इंसीडेंट एंगल, इंसीडेंस एंगल टू द साइन ऑफ reflected angle is always a constant of medium। किसी भी मीडियम दे विच की है अकॉर्डिंग टू मीडियम की है साइन ऑफ एंगल आई अपॉन साइन ऑफ एंगल आर की हुंदा कांस्टेंट। वो कांस्टेंट की हुंदा साडे कोले रिफ्रैक्टिव, क्योंकि अकॉर्डिंग टू मीडियम कहता है, अकॉर्डिंग टू मीडियम साडे कोले कांस्टेंट की है रिफ्लैक्टिव इंडैक्स। नाउ असी 2 वैल्यूज़ कढ लियां रिफ्लैक्टिव इंडैक्स दियां। लास्ट असी की किया सी रेशो ऑफ द स्पीड ऑफ लाइट इन वैक्यूम टू द स्पीड ऑफ लाइट इन मीडियम। ये दोनों आपस च की हो गए इक्वल। अस 2 तरीके होंगे साडे कोले रिफ्लैक्टिव इंडैक्स फाइंड करन दे। साइन इस रेशो नूं असीं अनदर नेम भी दिता है कि स्नैल्स ला। ये साडे कोले होर की नाम नाल जानिया जांदा है स्नैल्स